ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਬੇਅਦਬੀ ਅਤੇ ਗੋਲੀकांड ਐਸਆਈਟੀ ਦੀ ਜਾਂਚ ਅਤੇ ਸਿਆਸਤ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਦਵਿੰਦਰ ਜੀ, ਸਾਲ 2015 ਦੇ ਵਿੱਚ ਜਿਹੜਾ ਸੀ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਅਤੇ ਉਸ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰੇ ਦੇ ਵਿੱਚ ਗੋਲੀकांड ਹੋਇਆ। ਇਸ ਮਾਮਲੇ ਵਿੱਚ ਕਈ ਜਿਹੜੇ ਸੀ ਜਾਂਚ ਕਮੇਟੀਆਂ ਬਿਠਾਈ ਗਈ, ਐਸਆਈਟੀ ਬਿਠਾਈ ਗਈ, ਸੀਬੀਆਈ ਤੱਕ ਨੂੰ ਜਿਹੜੀ ਸੀ ਇਹਦੀ ਜਾਂਚ ਦਿੱਤੀ ਗਈ। ਹੁਣ ਇਸ ਮਾਮਲੇ ਦੀ ਜਾਂਚ ਲਈ ਇੱਕ ਨਵੀਂ ਐਸਆਈਟੀ ਜਿਹੜੀ ਹੈ ਬਣਾਈ ਗਈ ਹੈ, ਜਿਸ ਵੱਲੋਂ ਕੱਲ੍ਹ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕੀ ਹੁਣ ਲੱਗਦਾ ਵੀ ਕਿ ਇਹ ਨਵੀਂ ਜਿਹੜੀ ਐਸਆਈਟੀ ਹੈ ਉਹ ਇਨਸਾਫ ਦਿਵਾਉਣ 'ਚ ਕਾਮਯਾਬ ਹੋ ਸਕੇਗੀ? ਜਿਹੜਾ ਹੁਣ ਤੱਕ ਦਾ ਅਸੀਂ ਸਾਰਾ ਰਿਕਾਰਡ ਦੇਖੀਏ, ਸਾਰੀਆਂ ਚਾਹੇ ਉਹ ਵਿਸ਼ੇਸ਼ ਜਾਂਚ ਟੀਮਾਂ ਹੋਣ, ਜਿਹਨੂੰ ਅਸੀਂ ਐਸਆਈਟੀ ਕਹਿੰਦੇ ਹਾਂ, ਜਾਂ ਸੀਬੀਆਈ ਦੀ ਜੋ ਹੈ ਪ੍ਰਗਤੀ ਰਿਪੋਰਟ ਹੋਵੇ, ਉੱਥੋਂ ਤਾਂ ਇੱਕੋ ਪਾਤਰ ਦੀਆਂ ਲਾਈਨਾਂ ਯਾਦ ਆ ਗਈਆਂ ਵੀ ਇਸ ਅਦਾਲਤ 'ਚ ਬੰਦੇ ਵਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਜਾਂ ਇਹ ਕਹਿ ਲਓ ਵੀ ਜਸਟਿਸ ਡਿਲੇਡ, ਜਸਟਿਸ ਡਿਨਾਈਡ। 7 ਸਾਲ ਦਾ ਵਕਫਾ ਬਹੁਤ ਹੁੰਦਾ ਹੈਗਾ, 6 ਸਾਲ ਦਾ ਸੌਰੀ। ਅਤੇ 6 ਸਾਲਾਂ ਦੇ ਵਿੱਚ ਚਲਾਨ ਵੀ ਪੇਸ਼ ਨਾ ਹੋਣ ਅਦਾਲਤਾਂ ਦੇ ਵਿੱਚ, ਕਿਸੇ ਤਣ ਪੱਤਣ ਵੀ ਨਾ ਲੱਗੇ ਇਨਕੁਆਰੀ, ਇਹ ਸਾਡੇ ਸਿਸਟਮ ਦੇ ਮੂੰਹ 'ਤੇ ਚਪੇੜ ਹੈ। ਤੁਸੀਂ ਇਹ ਦੇਖੋ ਵੀ ਸਿਆਸਤਦਾਨਾਂ ਨੇ ਸਿਆਸਤ ਕਰਨ ਦੀ ਕੋਈ ਕਸਰ ਨਹੀਂ ਛੱਡੀ। ਜਦੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਸੀ, ਇਸ ਮੁੱਦੇ ਨੂੰ ਸਿਆਸਤ ਦੀ ਭੱਠੀ 'ਚ ਇੰਨਾ ਕੁ ਰਿੰਨਿਆ ਗਿਆ ਵੀ ਕੋਈ ਕਸਰ ਨਹੀਂ ਛੱਡੀ ਸਿਆਸੀ ਧਿਰਾਂ ਨੇ ਇਹਦਾ ਲਾਹਾ ਲੈਣ ਦੀ ਜੀ। ਉਸ ਤੋਂ ਬਾਅਦ ਪਰਤ ਦਰ ਪਰਤ, ਚਾਹੇ ਉਹ ਜਸਟਿਸ ਰਣਜੀਤ ਸਿੰਘ ਰਿਟਾਇਰਡ ਦੀ ਅਗਵਾਈ ਦੇ ਵਿੱਚ ਇੱਕ ਮੈਂਬਰੀ ਕਮਿਸ਼ਨ ਹੋਵੇ, ਜਾਂ ਵਿਧਾਨ ਸਭਾ ਦੇ ਵਿੱਚ ਮੰਤਰੀਆਂ ਵੱਲੋਂ ਝੋਲੀ ਅੱਡਣ ਅਤੇ ਹੋਰ ਤਰ੍ਹਾਂ ਦੇ ਸ਼ਗੂਫੇ ਛੱਡਣ ਦੀ ਗੱਲ ਹੋਵੇ ਜੀ, ਇਨਸਾਫ ਕਿੱਥੇ ਮਿਲਿਆ ਹੈ? 2 ਬੰਦੇ ਬਹਿਬਲ ਕਲਾਂ ਗੋਲੀकांड 'ਚ ਮਾਰੇ ਗਏ। ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਹਦੇ ਪੱਤਰੇ ਜਿਹੜੇ ਆ ਗਲੀਆਂ 'ਚ ਨਾਲੀਆਂ 'ਚ ਰੋਲੇ ਗਏ। ਕੋਟਕਪੂਰਾ ਦੇ ਵਿੱਚ ਗੋਲੀकांड ਹੋਇਆ। ਕਿਹਨੇ ਕੀਤਾ, ਕਿਹਦੇ ਕਹਿਣ 'ਤੇ ਕੀਤਾ, ਇਹ ਜਾਂਚ ਏਜੰਸੀਆਂ ਨੇ, ਪੁਲਿਸ ਨੇ, ਤਫਤੀਸ਼ੀ ਟੀਮਾਂ ਦਾ ਸਿੱਟਾ ਹੈ। ਇਹਦੇ ਬਾਰੇ ਅਸੀਂ ਕੁਛ ਨਹੀਂ ਕਹਿਣਾ, ਕੌਣ ਜ਼ਿੰਮੇਵਾਰ ਹੈ ਜੀ। ਉਹ ਕੱਢਣ, ਲੋਕਾਂ ਦੇ ਸਾਹਮਣੇ ਸੱਚ ਰੱਖਣ, ਪਰ ਸਰਕਾਰਾਂ ਘੱਟੋ ਘੱਟ ਸਿਆਸਤ ਨਾ ਕਰਨ। ਇਹ ਨਹੀਂ ਹੈਗਾ ਵੀ 2017 ਦੇ ਵਿੱਚ ਜਿਵੇਂ ਤੁਸੀਂ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡੇ, ਹੁਣ ਫਿਰ ਤੁਹਾਡੇ ਚੰਦ ਐਮਐਲਏ ਉਹੀ ਬੇਅਦਬੀ ਦਾ ਰਾਗ ਅਲਾਪ ਕੇ 2022 'ਚ ਫਿਰ ਕਹਿਣ ਅਸੀਂ ਇਨਸਾਫ ਦੇਵਾਂਗੇ। ਇਹਦਾ ਮਤਲਬ ਇਨਸਾਫ ਦੇਣ ਦੀ ਨੀਅਤ ਹੈ ਨਹੀਂ, ਸਿਰਫ ਤੇ ਸਿਰਫ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਵੋਟਾਂ ਵਟੋਰਨ ਦੀ ਨੀਅਤ ਹੈ। ਜਿਵੇਂ ਕਿ ਤੁਸੀਂ ਕੁਛ ਕਿਹਾ ਸ਼ੁਰੂ 'ਚ ਵੀ ਐਸਆਈਟੀ ਨੇ ਕੱਲ੍ਹ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਹੋਰ ਕੁਝ ਸਰਵਿੰਗ ਅਫਸਰਾਂ ਅਤੇ ਸੇਵਾ ਮੁਕਤ ਅਫਸਰਾਂ ਦੀ ਪੁੱਛਗਿੱਛ ਕੀਤੀ ਜੀ। ਇਹਨਾਂ ਹੀ ਸਾਰੇ ਪੁਲਿਸ ਅਫਸਰਾਂ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਐਸਆਈਟੀ ਉਹ ਵੀ ਜਾਂਚ ਕਰ ਚੁੱਕੀ ਹੈ। ਉਹਦੀ ਜਿਹੜੀ ਜਾਂਚ ਰਿਪੋਰਟ ਸੀ, ਹਾਈ ਕੋਰਟ ਨੇ ਉਹ ਰੱਦ ਹੀ ਨਹੀਂ ਕੀਤੀ। ਕੁੰਵਰ ਵਿਜੇ ਪ੍ਰਤਾਪ ਦੀ ਕਾਰਗੁਜ਼ਾਰੀ 'ਤੇ ਬਹੁਤ ਵੱਡੇ ਸਵਾਲੀਆ ਨਿਸ਼ਾਨ ਲਾਏ ਨੇ ਜੀ। ਅਸੀਂ ਇਹਨਾਂ ਗੱਲਾਂ ਨੂੰ ਕਿਵੇਂ ਇਗਨੋਰ ਕਰ ਦਾਂਗੇ? ਸਰਕਾਰਾਂ ਜੋ ਮਰਜ਼ੀ ਕਹਿਣ, ਰਾਜਨੀਤਿਕ ਪਾਰਟੀਆਂ ਜੋ ਮਰਜ਼ੀ ਕਹੇ, ਅਕਾਲੀ ਜੋ ਮਰਜ਼ੀ ਕਹਿਣ, ਕਾਂਗਰਸੀ ਜੋ ਮਰਜ਼ੀ ਕਹਿਣ, ਆਪ ਜੋ ਮਰਜ਼ੀ ਕਹੇ ਜੀ, ਪਰ ਹਕੀਕਤ ਲੋਕਾਂ ਦੇ ਸਾਹਮਣੇ ਹੈ ਵੀ ਕੀਤਾ ਕਿਸੇ ਨੇ ਕੱਖ ਨਹੀਂ। ਹੁਣ ਕੱਲ੍ਹ ਚਾਹੇ ਉਹ ਡੀਜੀਪੀ ਸੁਬੇਦ ਸਿੰਘ ਸੈਣੀ ਹੋਣ ਜੀ, ਚਾਹੇ ਰੋਹਿਤ ਚੌਧਰੀ ਹੋਣ, ਚਾਹੇ ਅਮਰ ਸਿੰਘ ਚਹਿਲ ਹੋਵੇ ਜਾਂ ਖੱਟੜਾ ਹੋਣ ਜੀ, ਜਿੱਤੋਂ ਵੀ ਪੁੱਛਿਆ ਗਿਆ ਉਹਨਾਂ ਨੇ ਉਹੀ ਸਟੇਟਮੈਂਟ ਦਿੱਤੀ ਹੋਊ ਜੋ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਅਤੇ ਜਿਹਦੀ ਅਗਵਾਈ ਉਸ ਵੇਲੇ ਵੀ ਏਡੀਜੀਪੀ ਰੈਂਕ ਦੇ ਅਫਸਰ ਪ੍ਰਬੋਧ ਕੁਮਾਰ ਕਰ ਰਹੇ ਸੀ ਜੀ। ਜੇ ਉਸ ਵੇਲੇ 3 ਕਾਬਲ ਅਫਸਰ ਜਾਂਚ ਸਿਰੇ ਨਹੀਂ ਲਾ ਸਕੇ, ਹੁਣ ਕੀ ਹੋਊ? ਲੱਗਦਾ ਤਾਂ ਇਹੀ ਹੈ ਵੀ ਸਿਆਸਤ ਹੋਊ, ਪਰ ਸਮਾਂ ਇਹ ਮੰਗ ਕਰਦਾ ਵੀ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਅੱਜ ਉਹ ਦਿਨ ਹੈ ਆਤਿਸ਼, ਜਦੋਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਰ ਸਿੰਘ ਵਾਲਾ 'ਚੋਂ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਦੁਆਰਾ ਸਾਹਿਬ ਦੇ ਵਿੱਚੋਂ ਚੋਰੀ ਹੁੰਦਾ ਜੀ। ਉਸੇ ਚੋਰੀ ਹੋਏ ਸਰੂਪ ਦੇ ਪੱਤਰੇ ਨੇ ਜਿਹੜੇ ਉਹ ਬਰਗਾੜੀ ਪਿੰਡ 'ਚ ਗਲੀਆਂ 'ਚ ਖਿਲਾਰ ਦਿੱਤੇ ਜਾਂਦੇ ਨੇ। ਅਤੇ ਬਰਗਾੜੀ ਪਿੰਡ ਉਹ ਹੈ ਇਤਿਹਾਸਕ ਤੌਰ 'ਤੇ ਜਦੋਂ ਜੈਤੋ ਦਾ ਮੋਰਚਾ ਲੱਗਿਆ ਸੀ, ਸਭ ਤੋਂ ਜ਼ਿਆਦਾ ਸ਼ਹੀਦ ਬਰਗਾੜੀ 'ਚ ਹੋਏ ਸੀ। ਅੰਗਰੇਜ਼ਾਂ ਨੇ
ਤੇ ਪਟਿਆਲਾ ਰਿਆਸਤ ਵਾਲਿਆਂ ਨੇ ਉੱਥੇ ਲੋਕਾਂ 'ਤੇ ਬਥੇਰਾ ਜ਼ੁਲਮ ਕੀਤਾ ਸੀ। ਇਸ ਲਈ ਜਿਹੜਾ ਸਮਾਂ ਮੰਗ ਕਰਦਾ ਹੈ, ਉਹ ਮੰਗ ਕਰਦਾ ਹੈ ਵੀ ਸਮਾਂ ਵੱਧ ਇਨਕੁਆਰੀ, ਦੋਸ਼ੀਆਂ ਦੀ ਸਹੀ ਪਛਾਣ, ਚਾਹੇ ਉਹ ਵਰਦੀ 'ਚ ਲੁਕੇ ਹੋਏ ਨੇ, ਚਾਹੇ ਸਿਆਸਤ ਦੇ ਭੇਸ 'ਚ ਨੇ, ਚਾਹੇ ਡੇਰੇ ਦੇ ਭੇਸ 'ਚ ਨੇ, ਜਿਸ ਵੀ ਭੇਸ 'ਚ ਨੇ, ਉਹ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਨੇ। ਅਸੀਂ ਦੁਨੀਆ 'ਤੇ ਜਿੰਨੀਆਂ ਵੱਡੀਆਂ ਵੱਡੀਆਂ ਘਟਨਾਵਾਂ ਵਾਪਰੀਆਂ, ਸਾਡੇ ਸਭ ਤੋਂ ਘਿਨਾਉਣਾ ਜਿਹੜਾ ਵੱਡਾ ਅਪਰਾਧ ਸੀ ਅੰਗਰੇਜ਼ਾਂ ਦੇ ਟਾਈਮ 'ਤੇ ਵਾਪਰਿਆ, ਉਹ ਜਲਿਆਂਵਾਲਾ ਬਾਗ ਕਾਂਡ। ਉਹਦੀ ਵੀ ਇੱਕ ਪੜਤਾਲੀਆ ਕਮੇਟੀ ਬਣੀ। ਹਾਲਾਂਕਿ ਉਹ ਪੜਤਾਲੀਆ ਕਮੇਟੀ ਹਿੰਦੁਸਤਾਨ ਦੇ ਲੋਕਾਂ ਨੇ, ਜੁਝਾਰੂ ਲੋਕਾਂ ਨੇ ਜਿਹੜੇ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਉਹਨਾਂ ਨੇ ਰਿਜੈਕਟ ਕੀਤੀ ਵੀ ਇਹ ਪੱਖਪਾਤੀ ਹੈ। ਪਰ ਉਹਨੇ ਰਿਪੋਰਟ ਤਾਂ ਦਿੱਤੀ, ਕੋਈ ਕੁਛ ਤਾਂ ਕਿਹਾ। ਇੱਥੇ ਤਾਂ ਸਾਡੇ ਕੁਛ ਕਹਿਣ ਨੂੰ ਹੀ ਤਿਆਰ ਨਹੀਂ। 2 ਬੰਦੇ ਮਰੇ ਨੇ, ਕਿੰਨੇ ਬੰਦੇ ਜ਼ਖਮੀ ਹੋਏ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਦੋਸ਼ੀ ਕੋਈ ਵੀ ਨਹੀਂ। ਉਹਦੇ ਪਿੱਛੇ ਕੀ ਸਾਜ਼ਿਸ਼ ਹੈ? ਸਾਡੀਆਂ ਐਡੀਆਂ ਵੱਡੀਆਂ ਵੱਡੀਆਂ ਏਜੰਸੀਆਂ, ਇੱਕ IPS ਅਫਸਰ ਜਿਹੜਾ ਸੀਨੀਅਰ ਲੈਵਲ 'ਤੇ ਪਹੁੰਚਦਾ, ADGP DGP ਲੈਵਲ 'ਤੇ, ਉਹਦੀ 3-3 ਲੱਖ ਦੇ ਨੇੜੇ ਤਾਂ ਤਨਖਾਹ ਹੈ, ਉਹ 10-10 ਲੱਖ ਰੁਪਏ 'ਚ ਮਹੀਨੇ 'ਚ ਸਰਕਾਰ ਨੂੰ ਪੈਂਦਾ ਹੈ। ਉਹ ਸਿਰਫ ਤਨਖਾਹਾਂ ਲੈਣ ਵਾਸਤੇ ਰੱਖੇ ਨੇ। ਇਸ ਲਈ ਕਿਸੇ ਕਾਨੂੰਨ ਨੂੰ, ਕਿਸੇ ਸੰਵਿਧਾਨ ਨੂੰ ਉਹ ਵੀ ਤਾਂ ਜਵਾਬਦੇਹ ਹੋਣੇ ਚਾਹੀਦੇ ਨੇ। ਜੇ ਹੁਣ ਕੁੰਵਰ ਵਿਜੇ ਪ੍ਰਤਾਪ ਦੀ ਕਾਰਗੁਜ਼ਾਰੀ 'ਤੇ ਹਾਈ ਕੋਰਟ ਨੇ ਆਬਜੈਕਸ਼ਨ ਰੇਜ਼ ਕੀਤਾ ਹੈ, ਤਾਂ ਪੰਜਾਬ ਗੌਰਮੈਂਟ ਨੇ ਉਹਦੇ ਖਿਲਾਫ ਐਕਸ਼ਨ ਕਿਉਂ ਨਹੀਂ ਲਿਆ? ਚਾਹੇ ਰਿਟਾਇਰ ਹੋ ਗਿਆ, ਰਿਟਾਇਰ ਹੋਣ ਤੋਂ ਬਾਅਦ ਵੀ ਗੌਰਮੈਂਟਾਂ ਐਕਸ਼ਨ ਲੈ ਸਕਦੀਆਂ ਨੇ, ਅਤੇ ਬਹੁਤ ਕੇਸਾਂ 'ਚ ਲਿਆ ਵੀ ਹੈ। ਜੇ ਉਹਨਾਂ ਨੂੰ ਲੱਗਦਾ ਵੀ ਗਲਤ ਕੀਤਾ ਹੈ, ਕੋਰਟ ਨੇ ਆਬਜੈਕਸ਼ਨ ਰੇਜ਼ ਕੀਤੇ ਨੇ ਉਹਦੇ 'ਤੇ। ਇਸ ਲਈ ਸਮਾਂ ਹੀ ਮੰਗ ਕਰਦਾ ਹੈ ਵੀ ਇਹ 'ਤੇ ਇਨਸਾਫ ਹੋਣਾ ਚਾਹੀਦਾ ਹੈ। ਜੀ ਦਵਿੰਦਰ ਜੀ, ਜਿਵੇਂ ਤੁਸੀਂ ਦੱਸਿਆ ਹੈ ਵੀ ਕਿ ਚਾਹੇ ਕੁੰਵਰ ਵਿਜੇ ਪ੍ਰਤਾਪ ਵਾਲੀ SIT ਹੋਵੇ, ਚਾਹੇ ਜਸਟਿਸ ਰਣਜੀਤ ਸਿੰਘ ਵਾਲੀ ਹੋਵੇ, ਕਈ ਜਿਹੜੀ ਹੈਗੀਆਂ SITਆਂ ਜਾਂਚ ਕਮੇਟੀਆਂ ਇਸ ਮਾਮਲੇ ਦੀ ਜਾਂਚ ਕਰ ਚੁੱਕੀਆਂ ਨੇ। ਹਾਲੇ ਤੱਕ ਕਿਸੇ ਵੀ ਕਮੇਟੀ ਦੀ ਜਿਹੜੀ ਰਿਪੋਰਟ ਹੈ ਜਨਤਕ ਨਹੀਂ ਕੀਤੀ ਗਈ, ਅਤੇ ਨਵੀਂ ਜਿਹੜੀ ਹੈ ਜਾਂਚ ਕਮੇਟੀ ਬਿਠਾ ਦਿੱਤੀ ਜਾਂਦੀ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਕਿਉਂ ਉਹ ਵਾਲੀ ਜਿਹੜੀ ਰਿਪੋਰਟਾਂ ਹੈਗੀਆਂ ਜਨਤਕ ਨਹੀਂ ਕੀਤੀਆਂ ਜਾ ਰਹੀਆਂ, ਜਦਕਿ ਨਵੀਂ ਜਾਂਚ ਕਮੇਟੀ ਬਣਾ ਦਿੱਤੀ ਜਾਂਦੀ ਹੈ। ਹੁਣ ਤੁਸੀਂ ਇਹ ਸਾਰੇ ਜਿਹੜਾ ਤਮਾਸ਼ਾ ਦੇਖੋ, ਇਸ ਤੋਂ ਪਹਿਲਾਂ ਵੀ ਪਹਿਲਾਂ CBI ਨੂੰ ਜਾਂਚ ਦਿੱਤੀ। ਬਿਲਕੁਲ। ਜੇ ਸ਼ੁਰੂ ਤੋਂ ਲਈਏ, ਪਹਿਲਾਂ ਜਸਟਿਸ ਜੋਰਾ ਸਿੰਘ ਦਾ ਕਮਿਸ਼ਨ ਬਣਾਇਆ, ਫਿਰ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ 'ਚ SIT ਬਣਾਈ, ਫਿਰ CBI ਨੂੰ ਜਾਂਚ ਦਿੱਤੀ। CBI ਤੋਂ ਬਾਅਦ ਜਦੋਂ ਇਹ ਗੌਰਮੈਂਟ ਆਈ, ਫਿਰ ਜਸਟਿਸ ਰਣਜੀਤ ਸਿੰਘ ਦੀ ਅਗਵਾਈ 'ਚ ਇੱਕ ਕਮਿਸ਼ਨ ਬਣਾ ਦਿੱਤਾ ਜਾਂਦਾ ਹੈ। ਉਸ ਤੋਂ ਪਹਿਲਾਂ ਰਣਬੀਰ ਸਿੰਘ ਖੱਟੜਾ ਦੀ ਅਗਵਾਈ 'ਚ ਇੱਕ SIT ਆਲਰੇਡੀ ਕੰਮ ਕਰ ਰਹੀ ਸੀ, ਇੱਕ SIT ਉਹ ਕੰਮ ਕਰ ਰਹੀ ਸੀ 5। ਫਿਰ ਪ੍ਰਬੋਧ ਕੁਮਾਰ ਦੀ ਅਗਵਾਈ 'ਚ SIT ਬਣਾਤੀ 6। ਅੱਜ ਕੱਲ੍ਹ LK ਯਾਦਵ ਦੀ ਅਗਵਾਈ ਦੇ ਵਿੱਚ 7ਵੀਂ SIT ਬਣੀ ਹੋਈ ਹੈ। ਇੱਕ 8ਵੀਂ SIT ਨੌ ਨਿਹਾਲ ਸਿੰਘ ਦੀ ਅਗਵਾਈ 'ਚ ਬਣੀ ਹੋਈ ਹੈ। ਇੱਕ 9ਵੀਂ SIT ਮੇਰੇ ਖਿਆਲ ਇੱਕ ਹੋਰ ਵੀ ਆ, ਹੁਣੇ ਤਾਜੀ ਬਣਾਈ ਹੈਗੀ। ਮਤਲਬ ਕੀ ਤਮਾਸ਼ਾ! 9 SITs, ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ, ਸਿੱਟਾ 0। ਸਿੱਟਾ ਸਭ ਦੇ ਸਾਹਮਣੇ ਹੈ। ਇਸ ਵੇਲੇ ਇਸ ਮਸਲੇ ਦੇ ਵਿੱਚ ਤੁਸੀਂ ਇਹ ਦੇਖ ਲਓ ਵੀ 2 ਤਾਂ 3 ਤਾਂ IG ਲੱਗੇ ਹੋਏ ਨੇ, ਇੱਕ DIG, 3-4 SSP, ਕਿਹੜੇ ਨਹੀਂ ਲੱਗੇ ਹੋਏ। ਬਿਲਕੁਲ। ਇਹਦਾ ਮਤਲਬ ਇੱਥੋਂ ਹੁਣ ਤੱਕ ਇਹ ਲੱਗਦਾ ਹੈ ਵੀ ਸਿਰਫ ਤੇ ਸਿਰਫ ਇਹਨੂੰ ਲਮਕਾਈ ਚੱਲੋ। ਪਰ ਉਹ ਗੁਰਬਾਣੀ ਦੀ ਤੁਕ ਹੈ ਵੀ ਨਰ ਚਾਹਤ ਕੁਛ ਔਰ ਹੈ ਕੀ ਔਰ ਹੈ ਭਾਈ। ਲੱਗਦਾ ਇਹ ਸੀ ਵੀ ਪ੍ਰੈਜ਼ੈਂਟ ਜਿਹੜੀ ਗੌਰਮੈਂਟ ਹੈ ਉਹ ਇਲੈਕਸ਼ਨ ਦੇ ਨੇੜੇ ਜਾ ਕੇ ਜਿਹੜਾ ਬੋਤਲ 'ਚੋਂ ਜਿੰਨ ਕੱਢੂਗੀ, ਵੀ ਤਾਂ ਜੋ ਵਿਰੋਧੀਆਂ ਨੂੰ ਨਿਸ਼ਾਨਾ ਸਾਧ ਕੇ ਲੋਕਾਂ ਦੇ ਜਜ਼ਬਾਤ ਪੜ੍ਹਾ ਕੇ ਕੋਈ ਨਾ ਕੋਈ ਦਾ ਫਾਇਦਾ ਲਿਆ ਜਾ ਸਕੇ। ਪਰ ਹਾਈ ਕੋਰਟ ਦੇ ਆਰਡਰ ਨੇ ਸਰਕਾਰ ਦੀਆਂ ਸਾਰੀਆਂ ਮਿਣਤੀਆਂ ਜਿਹੜੀਆਂ ਉਹ ਫੇਲ ਕਰਕੇ ਰੱਖਤੀਆਂ। ਇਸ ਲਈ ਹੁਣ ਜਿਹੜੀ ਨਵੀਂ SIT ਬਣੀ ਹੈ ਉਹਦੇ ਲਈ ਵੱਡੀਆਂ ਚੁਣੌਤੀਆਂ ਨੇ। ਸਭ ਤੋਂ ਵੱਡੀ ਚੁਣੌਤੀ ਤਾਂ ਇਹ ਹੈ ਵੀ ਹਾਈ ਕੋਰਟ ਨੇ ਜੋ ਲੇਟੈਸਟ ਆਰਡਰ ਦਿੱਤਾ ਹੈ ਤਾਜ਼ਾ, ਕੀ ਸਾਰੀ ਜਾਂਚ ਉਸ ਆਰਡਰ ਦੇ ਮੱਦੇਨਜ਼ਰ ਹੋਊ? ਕੀ ਲੋਕਾਂ ਵੱਲੋਂ ਜੋ ਇਨਸਾਫ ਮੰਗਿਆ ਜਾਂਦਾ ਹੈ ਉਹਦੇ ਮੱਦੇਨਜ਼ਰ ਹੋਊ, ਜਾਂ ਜੋ ਸਿਆਸੀ ਰੋਟੀਆਂ ਸੇਕੀਆਂ ਜਾਣੀਆਂ ਉਹਦੇ ਮੱਦੇਨਜ਼ਰ ਹੋਊ? ਦਵਿੰਦਰ ਜੀ, ਹੁਣ ਜੇਕਰ ਗੱਲ ਕਰੀਏ ਪੁਲਿਸ ਦੀ ਕਾਰਗੁਜ਼ਾਰੀ ਦੀ ਤਾਂ ਆਪਾਂ ਗੱਲ ਕਰ ਚੁੱਕੇ, ਗੱਲ ਕਰੀਏ ਸਿਆਸਤ ਦੀ, ਤਾਂ 2017 ਦੀ ਚੋਣਾਂ 'ਚ ਮੌਜੂਦਾ ਜਿਹੜੀ ਸੱਤਾ 'ਚ ਬੈਠੀ ਹੈ ਕਾਂਗਰਸ ਪਾਰਟੀ ਵੱਲੋਂ ਵੀ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਵੀ ਅਸੀਂ ਦੋਸ਼ੀਆਂ ਨੂੰ ਸਜ਼ਾਵਾਂ ਦਵਾਵਾਂਗੇ। ਪਰ ਉਸ ਨੂੰ ਸਰਕਾਰ ਨੂੰ ਵੀ ਅੱਜ ਜਿਹੜਾ ਲਗਭਗ 4.5 ਸਾਲ ਦਾ ਸਮਾਂ ਬੀਤ ਚੁੱਕਿਆ ਅਤੇ ਹਾਲੇ ਤੱਕ ਕੋਈ ਸਿੱਟਾ ਜਿਹੜਾ ਹੈਗਾ ਨਹੀਂ ਨਿਕਲ ਸਕਿਆ। ਅਸੀਂ ਜਾਣਨਾ ਚਾਹਾਂਗੇ ਵੀ ਕਿ ਸਿਆਸੀ ਜਿਹੜੀ ਹੈਗੀ ਆ ਰਾਜਨੀਤਿਕ ਪਾਰਟੀਆਂ ਇਸ ਤਰ੍ਹਾਂ ਹੀ ਸਿਆਸਤ ਕਿਉਂ ਕਰ ਰਹੀਆਂ ਨੇ, ਜਾਂ ਹੁਣ ਤੱਕ ਕੀ ਕੁਝ ਜਿਹੜਾ ਹੈਗਾ ਸਿਆਸੀ ਪਾਰਟੀਆਂ ਕਰ ਚੁੱਕੀਆਂ ਨੇ ਇਸ 'ਤੇ? ਹੁਣ ਤੱਕ ਤਾਂ ਜੇ ਦੇਖਿਆ ਜਾਵੇ ਸਿਆਸਤੀ ਖੇਡੀ ਹੈ।
ਹੁਣ ਵੀ ਜਦੋਂ ਹਾਈ ਕੋਰਟ ਦਾ ਆਰਡਰ ਆਇਆ ਆਪਣੇ ਸਾਹਮਣੇ ਹੈ ਜੀ ਵੀ ਕਾਂਗਰਸ ਦੇ ਬਹੁਤ ਸਾਰੇ ਵਿਧਾਇਕਾਂ, ਉਹਨਾਂ 'ਚ ਨਵਜੋਤ ਸਿੰਘ ਸਿੱਧੂ ਵੀ ਹੈ, ਉਹਨਾਂ 'ਚ ਪ੍ਰਗਟ ਸਿੰਘ ਵੀ ਹੈ, ਉਹਨਾਂ 'ਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਹੈ, ਹੋਰ ਵੀ ਕਈ ਨੇਗੇ, ਜੀ ਉਹਨਾਂ ਨੇ ਇਹ ਮੁੱਦਾ ਚੱਕ ਲਿਆ। ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ, ਬਿਨਾਂ ਸ਼ੱਕ ਇਹ ਬਹੁਤ ਵੱਡਾ ਮੁੱਦਾ ਹੈ, ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਜੀ ਇਹ 6 ਮਹੀਨੇ ਰਹਿੰਦੇ ਕਿਉਂ ਜ਼ਿਆਦਾ ਆ? ਸਰਕਾਰ ਤੇ ਲਗਾਤਾਰ ਪ੍ਰੈਸ਼ਰ ਕਿਉਂ ਨਹੀਂ ਪਾਇਆ? ਬਿਲਕੁਲ ਨੰਬਰ 1। ਨੰਬਰ 2 ਤੇ ਹੁਣ ਮੀਟਿੰਗਾਂ ਦੇ ਵਿੱਚ ਇਹ ਗੱਲ ਆਈ ਵੀ ਕੁੰਵਰ ਵਿਜੇ ਪ੍ਰਤਾਪ ਆਪਣੀ ਮਨਮਰਜ਼ੀ ਕਰਦੇ ਸੀ ਜੀ ਕਿ ਉਹਦੇ ਉੱਪਰ ਡੀਜੀਪੀ ਉਹਦਾ ਬੌਸ ਨਹੀਂ, ਏਸੀਐਸ ਹੋਮ ਐਡੀਸ਼ਨਲ ਚੀਫ ਸੈਕਟਰੀ ਹੋਮ ਉਹਦਾ ਬੌਸ ਨਹੀਂ, ਉਸ ਤੋਂ ਉੱਪਰ ਹੋਮ ਮਿਨਿਸਟਰ ਜਿਹੜੇ ਕਿ ਚੀਫ ਮਿਨਿਸਟਰ ਨੇ ਉਹ ਨਾ ਸਭ ਦੇ ਬੌਸ ਨੇ। ਜੀ ਉੱਥੇ ਚੈੱਕ ਐਂਡ ਬੈਲੈਂਸ ਕਿੱਥੇ ਸੀ? ਉਹੀ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀ, ਇਹਦਾ ਮਤਲਬ ਸਾਰੀ ਸਿਆਸਤ ਹੋਈ। ਜੀ ਜੇ ਇੱਕ ਆਈਜੀ ਰੈਂਕ ਦਾ ਅਫਸਰ ਮਨ ਮਰਜ਼ੀਆਂ ਕਰਦਾ ਹੈ, ਮਨ ਆਈਆਂ ਕਰਦਾ ਹੈ, ਜੋ ਸਰਕਾਰੀ ਮੀਟਿੰਗਾਂ ਦੇ ਵਿੱਚੋਂ ਸਾਹਮਣੇ ਆਈ ਗੱਲ, ਤਾਂ ਉਹਨੂੰ ਰੋਕਣ ਵਾਲਾ ਕੋਈ ਜੰਮਿਆ ਹੀ ਨਹੀਂ। ਬਿਲਕੁਲ ਡੀਜੀਪੀ ਇਹਦਾ ਮਤਲਬ ਸਿਰੇ ਦੇ ਨਲਾਇਕ ਸਾਬਤ ਹੋਏ, ਜੀ ਇੱਕ ਆਈਜੀ ਕਾਬੂ ਨਹੀਂ ਕਰ ਸਕੇ। ਫਿਰ ਹੋਮ ਸੈਕਟਰੀ ਕੀ ਕਰਦੇ ਸੀ? ਹੋਮ 'ਚ ਹੋਰ ਵੀ ਅਫਸਰ ਹੁੰਦੇ ਨੇ, ਉਹਨਾਂ ਨੇ ਕਿਉਂ ਨਹੀਂ ਕਾਬੂ ਕੀਤਾ? ਫਿਰ ਉਸੇ ਐਸਆਈਟੀ 'ਚ ਬੌਸ ਸੀ ਪ੍ਰਬੋਧ ਕੁਮਾਰ ਡੀਜੀਪੀ, ਉਹਨਾਂ ਨੇ ਕਿਉਂ ਨਹੀਂ ਲਿਖਿਆ? ਜੀ ਜੇ ਇੱਕੋ ਬੰਦਾ ਸਾਈਨ ਕਰਦਾ ਸੀ, ਤਿੰਨਾਂ ਦੇ ਸਾਈਨ ਕਰਾਉਣ ਵਾਸਤੇ ਸਰਕਾਰ ਨੇ ਕਿਉਂ ਨਹੀਂ ਕਿਹਾ ਵੀ ਤਿੰਨੇ ਬਰਾਬਰ ਸਾਈਨ ਕਰੋ? ਬਿਲਕੁਲ ਇਹ ਮਤਲਬ ਬਹੁਤ ਸਾਰੇ ਸਵਾਲ ਨੇ ਜਿਹੜੇ ਸਰਕਾਰ ਨੂੰ ਜਵਾਬ ਦੇਣ ਲਈ ਮਜਬੂਰ ਕਰਨਗੇ। ਇਸ ਲਈ ਸਰਕਾਰ ਦੀ ਜਵਾਬਦੇਹੀ ਤੈਅ ਹੋਊਗੀ ਸਿਰਫ ਤੇ ਸਿਰਫ ਇੱਕ ਅਫਸਰ ਦੇ ਮੋਢੇ ਤੇ ਪਾ ਕੇ, ਉਹਦੇ ਗਲ 'ਚ ਪਾ ਕੇ ਖਹਿੜਾ ਨਹੀਂ ਛੁੱਟਣਾ। ਜੀ ਦਵਿੰਦਰ ਜੀ, 2017 ਦੀ ਚੋਣਾਂ 'ਚ ਇਸ ਮੁੱਦੇ ਨੂੰ ਜਿਹੜਾ ਸੀਗਾ ਬੇਅਦਬੀ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਵੱਡੇ ਵੱਡੇ ਦਾਅਵੇ ਕੀਤੇ, ਤੇ ਹੁਣ 2022 ਦੀਆਂ ਚੋਣਾਂ ਆ ਰਹੀਆਂ ਨੇ, ਕਾਂਗਰਸ ਦੇ ਕੁਝ ਵਿਧਾਇਕ ਜਿਹੜੇ ਨੇ ਇਸ ਮਾਮਲੇ ਨੂੰ ਮੁੜ ਚੁੱਕ ਰਹੇ ਨੇ। ਇਸ ਦੇ ਨਾਲ ਹੀ ਜੇਕਰ ਗੱਲ ਕਰੀਏ, ਆਮ ਆਦਮੀ ਪਾਰਟੀ ਵੀ ਜਿਹੜਾ ਹੈਗਾ ਇਸ ਮਾਮਲੇ ਨੂੰ ਹੁਣ ਵੱਡੇ ਪੱਧਰ ਤੇ ਜਿਹੜਾ ਹੈਗਾ ਚੁੱਕਣ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਲੋਕਾਂ ਦੇ ਵਿੱਚ ਜਾ ਰਹੀ ਹੈ। ਅੱਜ ਵੀ ਜਿਹੜੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਹੈਗੇ ਆ ਉੱਥੇ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਣ ਲਈ ਗਏ ਹੋਏ ਨੇ। ਤੁਸੀਂ ਇਸ ਨੂੰ ਕਿਵੇਂ ਦੇਖੋਗੇ? ਦੇਖੋ, ਸਿਆਸਤ ਹੈ ਜੀ। ਮੁੱਦੇ ਤਾਂ ਪਹਿਲਾਂ ਵੀ ਪਿਛਲੀ ਜਿਹੜੀ ਹੈ, ਅਸੀਂ 2017 ਦੀ ਇਲੈਕਸ਼ਨ ਕਰੀਏ, ਚਿੱਟੇ ਦਾ ਮੁੱਦਾ ਵੀ ਸੀ, ਟਰਾਂਸਪੋਰਟ ਮਾਫੀਆ ਦਾ ਮੁੱਦਾ ਵੀ ਸੀ, ਰੇਤ ਮਾਫੀਆ ਦਾ ਮੁੱਦਾ ਵੀ ਸੀ, ਬੇਅਦਬੀ ਦਾ ਮੁੱਦਾ ਵੀ ਸੀ, ਪੁਲਿਸ ਗੋਲੀकांड ਦਾ ਮੁੱਦਾ ਵੀ ਸੀ, ਟਰਾਂਸਪੋਰਟ ਕੇਬਲ ਮਾਫੀਆ ਦਾ ਮੁੱਦਾ ਵੀ ਸੀ। ਸਾਰੇ ਮਾਫੀਆ ਤਾਂ ਜਿਉਂਦੇ ਤਿਉਂ ਨੇ, ਤੇ ਫਿਰ ਬੇਅਦਬੀ ਤੇ ਇਨਸਾਫ ਕਿਹਨੇ ਦੇਣਾ ਹੈਗਾ? ਇਹ ਮੁੱਦੇ ਜਿਉਂਦੇ ਤਿਉਂ ਲੱਗਦਾ ਹੈ ਰਹਿਣਗੇ। ਲੋਕਾਂ ਦੇ ਜਜ਼ਬਾਤਾਂ ਨੂੰ ਸਿਆਸੀ ਪਾਰਟੀਆਂ ਭੜਕਾਉਂਦੀਆਂ ਰਹਿਣਗੀਆਂ, ਆਪਦੀਆਂ ਰੋਟੀਆਂ ਸੇਕਦੀਆਂ ਰਹਿਣਗੀਆਂ। ਇਹ ਲੜਾਈ ਸਿਰਫ ਤੇ ਸਿਰਫ ਕੁਰਸੀ ਦੀ ਹੈ। ਕੁਰਸੀ ਹਾਸਲ ਕਰਨ ਤੋਂ ਬਾਅਦ ਬੰਦਾ ਭੁੱਲ ਜਾਂਦਾ ਹੈ। ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਪਿੱਛੇ ਜੇ ਕਿਹਾ ਸੀ, ਪਤਾ ਨਹੀਂ 90% 91% ਮੈਂ ਵਾਅਦੇ ਪੂਰੇ ਵੀ ਕਰਤੇ। ਜੀ ਮੇਰਾ ਖਿਆਲ ਹੈ ਵੀ ਜੇ ਕਾਂਗਰਸ ਦਾ ਮੈਨੀਫੈਸਟੋ ਲੈ ਕੇ ਬੈਠਣ ਲੱਗੀ ਤਾਂ ਪਤਾ ਲੱਗੂ ਵੀ 9-10 ਕੀ ਹੋਏ ਨੇ। ਬਿਲਕੁਲ। ਇਸ ਲਈ ਦਾਅਵੇ ਤੇ ਵਾਅਦਿਆਂ 'ਚ ਸਰਕਾਰਾਂ ਦੇ 'ਚ ਹਮੇਸ਼ਾ ਹੀ ਫਰਕ ਹੁੰਦਾ ਹੈ। ਇਲੈਕਸ਼ਨ ਵੇਲੇ ਮੁੱਦੇ ਹੋਰ ਹੁੰਦੇ ਨੇ, ਕੁਰਸੀ ਤੇ ਬਹਿ ਕੇ ਮੁੱਦੇ ਹੋਰ ਹੁੰਦੇ ਨੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਦੱਸਿਆ ਵੀ ਕਿ ਦਾਅਵੇ ਤੇ ਵਾਅਦਿਆਂ 'ਚ ਬਹੁਤ ਅੰਤਰ ਹੁੰਦਾ ਹੈ। ਸਰਕਾਰ ਚੋਣਾਂ 'ਚ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰਦੀ ਹੈ, ਜਦ ਕਿ ਹਕੀਕਤ ਉਹਨਾਂ ਦੀ ਕੁਝ ਹੋਰ ਹੀ ਹੁੰਦੀ ਹੈ। ਇਹ ਸਭ ਦੇ ਸਾਹਮਣੇ ਹੈ। ਬਾਕੀ ਕੱਲ੍ਹ ਨੂੰ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।